सतनाम श्री वाहिगुरु साहिब जी। कहाँ बुद्ध प्रभु तुच्छ हमारी, वर्ण सकै महिमा जो तिहारी। हम ना सकत कर सिफत तुम्हारी, आप लेहु प्रभु कथा सुधारी। हम ना सकत कर सिफत तुम्हारी, आप लेहु प्रभु कथा सुधारी। चबर छतर तख्त दे मालक, गुरु गरीब निवाज, धन धन साहिब श्री गुरु ग्रंथ साहिब जी महाराज, जिन्हां ने अपने इस सिख जगत नूं समूह जगत नूं इलाही हुक्म बख्श के निहाल कीता है। जो इन्हां स्थानां ते रोजाना की तरह पातशाह जी अपना आसन ते विराजे हैं। अज दे श्री मुखवाक के अंदर पातशाह जियां ने अपने सिख नूं अपने पुत्र नूं समझाना कीता है कि जिहड़ा इस जग ते आउणा, इस नूं दो जिहड़े सिद्धांत ने, दो जिहड़ियां अवस्थावां ने, एक चंगी ते एक माड़ी, दोनों बारे समझाउणा कीता है। एक अवस्था है गुरमुख दी, एक अवस्था मनमुख दी। इस हुक्म दे अंदर दसते हैं कि पातशाह जी जे गुरमुख बनना ते आप उसके लाभ ने, जे मनमुख तुसीं बनना चाहुंदे हो तां ओहदे आ नुकसान ने। जेकर गुरमुख की गल करिए ते गुरमुख का मतलब है गुरु वल मुख। केवल तन करके नहीं, मन करके भी उस गुरु ते इस अकाल पुरख ते निश्चय करना। ते मनमुख का मतलब केवल गुरु तो बेमुख ही नहीं, तन करके मन करके भी गुरु दे बचना ते ना चलण नूं मनमुख कहंदे ने। हुण सतगुरां ने ये दोवें अवस्था सामने रखियां कि तुसीं गुरमुख बनना है जां फिर मनमुख बनना है। जेकर असीं अपने जीवन दे विच गुरु नूं मंगदे हां ते साडे अंदर गुरमुखी दा एक सुभाव प्रगट हो रहा है। पर जेकर असीं गुरु तो ही माया दा भंडारा मंगदे हां, ये पैसे मंगदे हां, धन दौलत मंगदे हां, पुत्र धीआं मंगदे हां, ते ये समझ लो, माफ करना, ये मनुखताई दे अवगुण ने। मनुखताई ही है। हाँ, मंगना गुरु कोलों ही है, पर मंगना की है? गुरु नूं मंगना है, गुरु दे शब्द नूं मंगना है। क्योंकि शब्द नूं चेते दे विच करोगे, जे इस अवस्था दे विच आ जाओगे गुरमुख दी, फिर ते जिहड़ी माया तुहाडी दासी बन करके तुहाडे चरनां दे विच आ जाएगी। आओ की कहंदे हन पातशाह जी, किस तरह अपने जीवन नूं जे गुरमुख बनना है ते किस तरह बनिया जावे। जे मनमुखताई तो बचना है तां भी किस तरह बचिया जाए। आओ विचारना करिए जी, प्यार नाल आखिए सतनाम श्री वाहिगुरु साहिब जी। श्लोक
ਮਹੱਲਾ ਤੀਜਾ। ਇਹ ਪਾਵਨ ਸ਼ਲੋਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦਾ ਹੈ। ਇਹ ਪਾਵਨ ਸ਼ਲੋਕ 646 ਅੰਕ ਤੇ ਸੁਭਾਇਮਾਨ ਹੈ। ਬਿਨ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸੈਸਾਰ। ਸਤਿਗੁਰੂ ਜੀ ਫਰਮਾਉਂਦੇ ਨੇ, ਕਹਿੰਦੇ ਬਿਨਾ ਇਸ ਸੱਚੇ ਨਾਮ ਤੋਂ ਸਾਰੇ ਹੀ ਜਿਹੜੇ ਭਰਮ ਦੇ ਨੇ, ਭ੍ਰਮਣ ਦੇ ਵਿੱਚ ਪਏ ਨੇ, ਭਟਕਦੇ ਫਿਰ ਰਹੇ ਨੇ, ਤੇ ਰੋਜ਼ਾਨਾ ਹੀ ਇਸ ਜਗ ਦੇ ਵਿੱਚ ਉਹਨਾਂ ਨੂੰ ਤੋਟਾਂ ਮਿਲਦੀਆਂ ਨੇ, ਘਾਟਾਂ ਹਾਸਲ ਹੁੰਦੀਆਂ ਨੇ। ਸਹਿਸਾਰ ਤੋਂ ਭਾਵ ਸੰਸਾਰ ਹੀ ਹੈ। ਸੁਚੇਤ ਹੋ ਕਰਕੇ ਪੜ੍ਹਨਾ ਹੈ। ਸੱਸੇ ਨੂੰ ਦੋ ਲਾਵਾਂ ਲਾ ਕਰਕੇ ਸਤਿਗੁਰਾਂ ਨੇ ਫਰਮਾਉਣਾ ਕੀਤਾ, ਸਹਿਸਾਰ ਪੜੋ। ਸੰਸਾਰ ਤੋਂ ਬਣਿਆ ਸਹਿਸਾਰ, ਕਹਿੰਦੇ ਬਿਨਾ ਨਾਮ ਤੋਂ ਕੀ ਹੈ? ਜਿਹੜਾ ਇਹ ਸਾਰਾ ਜਗਤ ਭ੍ਰਮਣ ਦੇ ਵਿੱਚ ਪਿਆ ਹੈ, ਭਰਮ ਦਾ ਹੈ, ਤੇ ਉਹਨੂੰ ਨਿਤ ਇਸ ਜਗ ਦੇ ਵਿੱਚ, ਸੰਸਾਰ ਦੇ ਵਿੱਚ ਤੋਟਾਂ ਘਾਟਾਂ ਹਾਸਲ ਹੁੰਦੀਆਂ ਨੇ। ਮਨਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਤੇ ਇਸ ਜਗ ਦੇ ਅੰਦਰ ਜਿਨ੍ਹਾਂ ਨੇ ਨਾਮ ਦੇ ਨਾਲ ਚਿੱਤ ਨਹੀਂ ਵਸਾਇਆ, ਕਹਿੰਦੇ ਉਹ ਮਨਮੁਖ ਨੇ, ਤੇ ਉਹਨਾਂ ਦੇ ਕਰਮ ਵੀ ਮਨਮੁਖਤਾਈ ਵਾਲੇ ਨੇ। ਉਹ ਮਨਮੁਖਤਾਈ ਦੇ ਵਿੱਚ ਹੀ ਕਰਮ ਕਮਾਉਣੇ ਕਰਦੇ ਨੇ। ਉਹ ਕਰ ਕਰਕੇ ਉਹਨਾਂ ਦੇ ਅੰਦਰ ਉਪਜਦਾ ਕੀ ਹੈ? ਉਪਜਦੀ ਹੈ ਹਉਮੈ। ਹਉਮੈ ਦੇ ਵਿੱਚ ਫਸ ਕਰਕੇ ਸਾਰੇ ਵਿਕਾਰ ਘੇਰ ਲੈਂਦੇ ਨੇ। ਮਨਮੁਖ ਦੇ ਕਰਮ ਕਮਾਦੇ ਹਨ ਬਿਨਾਂ ਨਾਮ ਤੋਂ, ਕਿਉਂਕਿ ਨਾਮ ਸਿੱਧੇ ਰਸਤੇ ਪਾਉਂਦਾ। ਨਾਮ ਦੱਸਦਾ ਵੀ ਸੱਚ ਬੋਲੀਏ, ਸੱਚ ਧਰਮ ਝੂਠ ਨਾ ਬੋਲੀਏ। ਸੱਚ ਦੇ ਰਾਹ ਤੇ ਚੱਲਣ ਵਾਸਤੇ ਦੱਸਦਾ ਹੈ ਜਿਹੜਾ ਸੱਚਾ ਨਾਮ ਹੈ। ਤੇ ਮਨੁੱਖਤਾਈ ਦੇ ਜੇ ਇਹ ਨਾਮ ਦੇ ਨਾਲ ਅਸੀਂ ਨਹੀਂ ਜੁੜਾਂਗੇ, ਫਿਰ ਮਨੁੱਖਤਾਈ ਵੱਲ ਖੁਦ ਬ ਖੁਦ ਹੀ ਖਿੱਚੇ ਜਾਵਾਂਗੇ। ਕਿਉਂਕਿ ਮਾੜਾ ਕੰਮ ਕਰਨ ਲੱਗੇ ਕੋਈ ਬਲ ਨਹੀਂ ਲਗਾਉਣਾ ਪੈਂਦਾ, ਮਾੜਾ ਕਰਨ ਲੱਗੇ ਕੋਈ ਸੋਚਣਾ ਨਹੀਂ ਪੈਂਦਾ। ਸੋਚਣਾ ਤੇ ਪੈਂਦਾ ਚੰਗਾ ਕੰਮ ਕਰਨ ਵਾਸਤੇ, ਬਲ ਦਾ ਉਪਯੋਗ ਕਰਨਾ ਪੈਂਦਾ ਚੰਗਾ ਕੰਮ ਕਰਨ ਵਾਸਤੇ। ਕਹਿੰਦੇ ਜਿਹੜੇ ਮਨਮੁਖ ਨੇ ਉਹ ਬਿਨਾਂ ਨਾਮ ਤੋਂ ਮਨਮੁਖ ਹੋ ਗਏ, ਤੇ ਉਹਨਾਂ ਨੂੰ ਹਉਮੈ ਨੇ ਘੇਰ ਲਿਆ। ਅੰਧ ਗੁਬਾਰ, ਉਹ ਅੰਨੇ ਹੋ ਗਏ, ਗੁਬਾਰ ਹੋ ਗਏ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਕਹਿੰਦੇ ਗੁਰਮੁਖ ਨੇ ਜਿਹੜੇ ਉਹ ਅੰਮ੍ਰਿਤ, ਸ਼ਬਦ ਰੂਪ ਅੰਮ੍ਰਿਤ ਹੈ ਜਿਹੜਾ, ਸ਼ਬਦ ਦਾ ਵਿਚਾਰ ਰੂਪ ਅੰਮ੍ਰਿਤ ਹੈ ਜਿਹੜਾ, ਉਹ ਗੁਰਮੁਖਾਂ ਦੇ ਮੁਖ ਦੇ ਵਿੱਚ ਪੈਂਦਾ ਹੈ। ਗੁਰਮੁਖ ਉਹਨਾਂ ਨੂੰ ਪੀਣਾ ਕਰਦੇ ਨੇ। ਗੁਰੂ ਦੇ ਵੱਲ ਮੁਖ ਕਰਨ ਨੂੰ ਹੀ ਗੁਰਮੁਖ ਕਹਿੰਦੇ ਹਨ। ਧੰਨ ਕਰਕੇ ਇਹ ਉਦਾਹਰਨ ਬੜੀ ਢੁਕਦੀ ਹੈ। ਧੰਨ ਭਾਈ ਮਤੀ ਦਾਸ ਜੀ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਹਾਡੀ ਆਖਰੀ ਇੱਛਾ ਕੀ ਹੈ, ਤੇ ਉਹ ਇੱਕ ਹੀ ਗੱਲ ਕਹਿੰਦੇ ਨੇ, ਕਹਿੰਦੇ ਮੇਰਾ ਜਿਹੜਾ ਮੁਖ ਹੈ ਗੁਰੂ ਵੱਲ ਹੋਵੇ। ਇਹ ਤੋਂ ਵੱਡੀ ਉਦਾਹਰਨ ਜਗਤ ਦੇ ਅੰਦਰ ਕੋਈ ਨਹੀਂ ਗੁਰਮੁਖ ਦੀ, ਕਿ ਮੇਰਾ ਜਿਹੜਾ ਮੁਖ ਹੈ ਗੁਰੂ ਵੱਲ ਹੋਵੇ। ਤਨ ਕਰਕੇ ਇਹ ਉਹਨਾਂ ਤੋਂ ਕਿਹਾ ਵੀ ਮੇਰੀ ਇਸ ਤਰ੍ਹਾਂ ਤੁਸੀਂ ਇਹ ਇੱਛਾ ਹੈ ਮੇਰੀ, ਤੇ ਮਨ ਕਰਕੇ ਉਹਨਾਂ ਨੇ ਜਪਜੀ ਸਾਹਿਬ ਦਾ ਜਿਹੜਾ ਜਾਪ ਸ਼ੁਰੂ ਕੀਤਾ। ਸ਼ਬਦ ਦਾ ਵਿਚਾਰ ਕਰਨਾ ਹੀ ਗੁਰਮੁਖਾਂ ਵਾਸਤੇ ਅੰਮ੍ਰਿਤ ਪੀਣਾ ਹੈ। ਮਹੱਲਾ ਤੀਜਾ। ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ, ਸਹਜੇ ਜਾਗੈ ਸਹਜੇ ਸੋਵੈ, ਗੁਰਮੁਖ ਅਣਦਿਨ ਉਸਤਤ ਹੋਵੈ। ਕਹਿੰਦੇ ਜਿਹੜਾ ਗੁਰਮੁਖ ਹੈ ਨਾ, ਜਿਹੜਾ ਜਿਹਨੇ ਮਨ ਕਰਕੇ ਗੁਰੂ ਵੱਲ ਮੁਖ ਕਰ ਲਿਆ, ਗੁਰੂ ਨੂੰ ਚੇਤੇ ਦੇ ਵਿੱਚ ਵਸਾ ਲਿਆ, ਗੁਰੂ ਤੋਂ ਗੁਰੂ ਨੂੰ ਹੀ ਜਿਹਨੇ ਮੰਗਿਆ, ਕਹਿੰਦੇ ਉਹ ਫਿਰ ਕੀ ਹੈ? ਸਹਿਜੇ ਹੀ ਜਾਗਦੇ ਨੇ ਤੇ ਸਹਿਜੇ ਹੀ ਸੌਂਦੇ ਨੇ।
ਭਾਵ ਕਿ ਜਦੋਂ ਜਾਗਦੇ ਨੇ ਤਾਂ ਵੀ ਉਸ ਅਕਾਲ ਪੁਰਖ ਗੁਰੂ ਦੇ ਵੱਲ ਮੁਖ ਕਰਕੇ, ਤੇ ਜਦੋਂ ਸੌਂਦੇ ਨੇ ਤਾਂ ਵੀ ਉਹਨਾਂ ਦੇ ਮੁਖ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਅੱਲਾ ਅੱਲਾ ਚੱਲਦਾ ਰਹਿੰਦਾ ਹੈ। ਤੇ ਕਹਿੰਦੇ ਗੁਰਮੁਖਾਂ ਦੇ ਸਦਾ ਹੀ ਅੰਨ ਦਿਨ ਉਸਤਤ ਹੋਵੇ। ਗੁਰਮੁਖਾਂ ਦੇ ਰੋਜ਼ਾਨਾ ਅੰਨ ਦਿਨ ਤੋਂ ਭਾਵ ਹੈ ਨਿਤ ਪ੍ਰਤ ਦਿਨ ਉਹਨਾਂ ਦੇ ਅੰਦਰ ਉਸ ਅਕਾਲ ਪੁਰਖ ਦੀ ਸਹਿਜ ਸੁਭਾਅ ਦੇ ਨਾਲ ਹੀ ਉਸਤਤ ਹੁੰਦੀ ਰਹਿੰਦੀ ਹੈ। ਮਨਮੁਖ ਕਰ ਪਰਮੈ ਸਹਸਾ ਹੋਵੇ, ਅੰਤਰ ਚਿੰਤਾ ਨੀਂਦ ਨ ਸੋਵੈ। ਮਨਮੁਖ ਹੈ ਜਿਹੜਾ ਉਹ ਭਟਕਦਾ ਰਹਿੰਦਾ ਏ, ਉਹਦੇ ਅੰਦਰ ਚਿੰਤਾ ਲੱਗੀ ਰਹਿੰਦੀ ਹੈ, ਉਹ ਭਟਕਣਾ ਦੇ ਵਿੱਚ ਲੱਗਿਆ ਰਹਿੰਦਾ ਏ, ਕਿਉਂਕਿ ਜਿਹੜੇ ਇਹ ਕਰਮ ਕਮਾ ਰਿਹਾ ਹੈ ਮਨਮੁਖ, ਤੇ ਉਸ ਹੈ ਨੇ ਸਾਰੇ ਤਪਾਉਣ ਵਾਸਤੇ, ਹੈ ਨੇ ਸਾਰੇ ਭਟਕਣਾ ਵਿੱਚ ਪਾਉਣ ਵਾਸਤੇ। ਲੱਗਦਾ ਤੇ ਫੁੱਲਾਂ ਵਾਲਾ ਰਸਤਾ ਹੈ ਮਨੁੱਖ ਦਾ, ਪਰ ਅੱਗੇ ਜਾ ਕੇ ਉਹਨੂੰ ਅਹਿਸਾਸ ਹੁੰਦਾ ਏ ਕਿ ਮੈਂ ਫੁੱਲਾਂ ਤੇ ਨਹੀਂ, ਮੈਂ ਤੇ ਕੰਡਿਆਂ ਤੇ ਚੱਲ ਰਿਹਾ ਸਾਂ। ਕਹਿੰਦੇ ਮਨੁੱਖ ਹੈ ਜਿਹੜਾ ਭਟਕਣਾ ਦੇ ਵਿੱਚ ਪਿਆ ਏ, ਇਹ ਮਨੁੱਖਤਾਈ ਦਾ ਜੀਵਨ ਬਤੀਤ ਕਰ ਰਿਹਾ ਏ, ਉਹਦੇ ਅੰਦਰ ਚਿੰਤਾ ਹੈ। ਕਹਿੰਦੇ ਚਿੰਤਾ ਹੈ ਜਿਹੜੀ ਚਿਤਾ ਸਮਾਨ ਹੈ, ਮਨੁੱਖ ਦੀ ਜਿਹੜੀ ਨਿਤ ਪ੍ਰਤ ਦਿਨ ਉਹਦੀ ਚਿਤਾ ਬਣੀ ਹੈ। ਕਹਿੰਦੇ ਫਿਰ ਨੀਂਦ ਨਾ ਸੋਵੈ, ਉਹ ਫਿਰ ਸੁਖ ਦੀ ਨੀਂਦ ਨਹੀਂ ਸੌਂਦਾ। ਗਿਆਨੀ ਜਾਗੇ ਸਭੇ ਸੁਭਾਏ। ਕਹਿੰਦੇ ਜਿਹੜੇ ਗਿਆਨੀ ਨੇ ਨਾ, ਇਹ ਉਹ ਗਿਆਨੀ ਦੀ ਗੱਲ ਨਹੀਂ ਕਿ 2 ਸਾਲਾ ਡਿਗਰੀ ਲੈ ਕਰਕੇ ਤੁਸੀਂ ਗਿਆਨੀ ਬਣ ਗਏ, ਇਹ ਉਹ ਗਿਆਨੀ ਦੀ ਗੱਲ ਨਹੀਂ ਹੋ ਰਹੀ। ਇਹ ਗਿਆਨ ਨੂੰ ਪ੍ਰਾਪਤ ਕਰਨ ਵਾਲੇ ਗਿਆਨੀ ਦੀ ਗੱਲ ਹੋ ਰਹੀ ਹੈ ਵੀ ਜਿਸ ਦੇ ਅੰਦਰ ਉਸ ਅਕਾਲ ਪੁਰਖ ਦਾ ਗਿਆਨ ਪ੍ਰਗਟ ਹੋ ਗਿਆ, ਉਹਦੇ ਸ਼ਬਦ ਦਾ ਗਿਆਨ ਪ੍ਰਗਟ ਹੋ ਗਿਆ, ਸ਼ਬਦ ਦੀ ਸੋਝੀ ਆ ਗਈ, ਇਸ ਸੰਸਾਰ ਦੇ ਵਿੱਚ ਸਮਝਣਾ ਹੋ ਗਿਆ ਕਿ ਇਸ ਸੰਸਾਰ ਦੇ ਵਿੱਚ ਆਏ ਹਾਂ ਤਾਂ ਕਿਸ ਵਾਸਤੇ। ਉਹ ਤੋਂ ਭਾਵ ਹੈ ਗਿਆਨੀ, ਜਿਹਦੇ ਅੰਦਰ ਗਿਆਨ ਹੋ ਗਿਆ ਕਿ ਜੇ ਮੈਂ ਇਸ ਜਗ ਤੇ ਆਇਆ ਤੇ ਕੀ ਕਰਮ ਕਮਾਉਣ ਵਾਸਤੇ ਆਇਆ ਏ, ਕੀ ਕੰਮ ਮੇਰੇ ਵਾਸਤੇ ਚੰਗਾ ਏ ਤੇ ਕੀ ਮਾੜਾ, ਕਿਸ ਕੰਮ ਨੂੰ ਕਰਕੇ ਮੈਂ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਵਸ ਸਕਦਾ ਏ, ਚਰਨਾਂ ਵਿੱਚ ਜਗ੍ਹਾ ਮਿਲ ਸਕਦੀ ਹੈ, ਤੇ ਕੀ ਕੰਮ ਹੈ ਜਿਹਦੇ ਨਾਲ ਮੈਂ ਦੂਰ ਜਾਣਾ, ਉਹਨੂੰ ਕਹਿੰਦੇ ਨੇ ਗਿਆਨੀ। ਗਿਆਨੀ ਤੋਂ ਭਾਵ ਇਹ ਨਹੀਂ ਕਿ ਕਿੰਨੀਆਂ ਹੀ ਪੁਸਤਕਾਂ ਪੜ੍ਹ ਲਈਆਂ, ਕਿੰਨੇ ਹੀ ਗ੍ਰੰਥ ਪੜ੍ਹ ਲਏ, ਕਿਤਨੀਆਂ ਹੀ ਡਿਗਰੀਆਂ ਹਾਸਲ ਕਰ ਲਈਆਂ, ਇਹ ਤੋਂ ਗਿਆਨੀ ਤੋਂ ਇਹ ਮਤਲਬ ਨਹੀਂ। ਕਹਿੰਦੇ ਜਿਹਦੇ ਅੰਦਰ ਅਕਾਲ ਪੁਰਖ ਦਾ ਨਾਮ ਹੈ, ਉਸ ਦੀ ਯਾਦ ਹੈ, ਕਹਿੰਦੇ ਉਹ ਗਿਆਨੀ ਹੈ ਜਿਹੜਾ ਜਾਗੇ ਸਭੇ ਸੁਭਾਏ। ਕਹਿੰਦੇ ਉਹ ਜਾਗਦਾ ਏ, ਜੇ ਉਹ ਸੁੱਤਾ ਵੀ ਪਿਆ ਏ ਨਾ ਤੇ ਉਹਦੇ ਅੰਦਰ ਉਹਦਾ ਨਾਮ, ਉਹਦੀ ਯਾਦ ਵਸੀ ਹੈ, ਉਹਨੂੰ ਸੁਪਨੇ ਵੀ ਉਸਦੇ ਹੀ ਆਉਂਦੇ ਨੇ, ਉਹਨੂੰ ਯਾਦ, ਉਹਦੇ ਜਿਹੜੇ ਮੁਖ ਤੇ ਕੋਈ ਗਲਤ ਫੁਰਨਾ ਨਹੀਂ ਆਉਂਦਾ, ਕੋਈ ਗਲਤ ਸੁਪਨਾ ਨਹੀਂ ਆਉਂਦਾ। ਉਹਨੂੰ ਜੇ ਆਉਂਦੇ ਨੇ ਸੁਪਨੇ ਤਾਂ ਇਹੀ ਹੈ ਕਿ ਮੈਨੂੰ ਅਕਾਲ ਪੁਰਖ ਮਿਲ ਰਿਹਾ ਹੈ, ਮੈਂ ਗੁਰੂ ਦੇ ਦਰਸ਼ਨ ਕਰ ਰਿਹਾ ਹਾਂ, ਮੈਂ ਸ਼ਬਦ ਨੂੰ ਜਪ ਰਿਹਾ ਹਾਂ, ਮੇਰਾ ਚਾਨਣਾ ਲੱਗਿਆ ਏ, ਮੈਂ ਵਾਹਿਗੁਰੂ ਦਾ ਜਾਪ ਕਰ ਰਿਹਾ ਹਾਂ। ਕਹਿੰਦੇ ਉਹ ਸੁੱਤਿਆਂ ਪਿਆ ਵੀ ਉਹਨਾਂ ਦੇ ਅੰਦਰ ਹੀ ਚੱਲਦਾ ਹੈ। ਸੌਂ ਕਰਕੇ ਵੀ ਉਹ ਜਾਗਦੇ ਦਿਸਦੇ ਨੇ, ਤੇ ਕਈ ਐਸੇ ਨੇ ਜਾਗਦੇ ਵੀ ਸੁੱਤੇ ਨੇ। ਉਹ ਅਸੀਂ ਹੁਣ ਨਿਸ਼ਚਾ ਕਰਨਾ ਵੀ ਕੀ ਬਣਨਾ, ਅਸੀਂ ਜਾਗਦਿਆਂ ਸੌਣਾ ਜਾਂ ਸੁੱਤਿਆਂ ਵੀ ਜਾਗਦਿਆਂ ਵਾਲੀ ਅਵਸਥਾ ਦੇ ਵਿੱਚ ਆਉਣਾ। ਨਾਨਕ ਨਾਮ ਰਤਿਆਂ ਬਲ ਜਾਓ। ਤੀਸਰੇ ਗੁਰੂ ਨਾਨਕ ਦਰਸ਼ਨਾ ਕਰਦੇ ਨੇ ਮੋਹਰ ਲਾ ਕਰਕੇ, ਕਹਿੰਦੇ ਨਾਮ ਦੇ ਨਾ ਰਤਿਆਂ ਹੀ ਬਲਿਹਾਰ ਜਾਇਆ ਜਾ ਸਕਦਾ। ਜਿਹੜੇ ਨਾਮ ਦੇ ਨਾ ਰਤੇ ਗਏ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਇੱਕ ਇਹ ਅਰਥ ਬਣਦੇ। ਤੇ ਦੂਸਰੇ ਜਿਹੜਾ ਨਾਮ ਤੋਂ ਰਤਿਆ ਜਾਂਦਾ ਏ, ਉਹ ਫਿਰ ਉਸ ਅਕਾਲ ਪੁਰਖ ਤੋਂ ਬਲਿਹਾਰ ਜਾਂਦਾ ਹੈ, ਉਹਨੂੰ ਹੀ ਬਲਿਹਾਰ ਜਾਣਾ ਆਖ ਸਕਦੇ ਹਾਂ। ਪੌੜੀ ਸੇ ਹਰ ਨਾਮ ਤੇ ਆਵੇ ਜੋ ਹਰ ਰਤਿਆ। ਕਹਿੰਦੇ ਜਿਹੜਾ ਉਹਦਾ ਨਾਮ ਨੂੰ ਧਿਆਉਣਾ ਕਰਦੇ ਨੇ, ਉਹਨੂੰ ਚੇਤੇ ਦੇ ਵਿੱਚ ਵਸਾਉਣਾ ਕਰਦੇ ਨੇ, ਉਹੀ ਉਸ ਹਰੀ ਦੇ ਯਾਦ ਦੇ ਵਿੱਚ, ਉਸ ਹਰੀ ਦੇ ਰੰਗ ਦੇ ਵਿੱਚ ਰੰਗੇ ਜਾ ਸਕਦੇ ਹਨ।
ਹਰ ਇੱਕ ਤੇ ਆਵਹਿ ਇੱਕ, ਇੱਕੋ ਹਰ ਸਤਿਆ। ਕਹਿੰਦੇ ਉਹ ਹਰ ਹੈ ਜਿਹੜਾ ਇੱਕ, ਉਹਨੂੰ ਧਿਆਉਣਾ ਕਰੋ। ਉਹਨੂੰ ਧਿਆਉਂਦੇ ਨੇ ਉਹ ਇੱਕ ਹੈ, ਇੱਕੋ ਹਰ ਸਤਿਆ। ਤੇ ਉਹ ਇੱਕ ਹੀ ਹੈ ਜਿਹੜਾ ਉਹ ਸਤਿਆ ਸਤ ਹੈ, ਇੱਕ ਹੀ ਹੈ ਜਿਹੜਾ ਸੱਚ ਹੈ, ਸਦਾ ਚਿਰਜੀਵੀ ਹੈ, ਸਦਾ ਰਹਿਣ ਵਾਲਾ ਹੈ। ਹਰ ਇੱਕੋ ਵਰਤੈ ਇੱਕ, ਇੱਕੋ ਉਤਪਤਿਆ। ਉਹ ਜਿਹੜਾ ਹਰੀ ਪਰਮਾਤਮਾ ਉਹ ਇੱਕ ਹੈ, ਇੱਕ ਹੀ ਇਸ ਜਿਹੜਾ ਉਹਦਾ ਸੰਸਾਰ ਹੈ ਉਹ ਵਰਤ ਰਿਹਾ ਹੈ। ਫਿਰ ਆਖਦੇ ਨੇ ਇੱਕ, ਇੱਕ ਤੇ ਜ਼ੋਰ ਦਿੱਤਾ। ਇੱਕ ਤੇ ਤਾਂ ਜ਼ੋਰ ਹੈ ਕਿ ਜ਼ਿਆਦਾਤਰ ਇਸ ਸੰਸਾਰ ਦੇ ਅੰਦਰ ਬਹੁਤੇ ਜਿਹੜੇ ਦੱਸਦੇ ਨੇ ਕਿ ਸਾਡਾ ਵੱਖਰਾ ਏ, ਤੁਹਾਡਾ ਵੱਖਰਾ ਏ, ਪਰ ਸਤਿਗੁਰੂ ਕਹਿੰਦੇ ਉਹ ਤਾਂ ਇੱਕ ਹੀ ਹੈ। ਉਹਦੇ ਨਾਮ ਵੱਖਰੇ ਹੋ ਸਕਦੇ ਨੇ ਪਰ ਉਹਦਾ ਜਿਹੜਾ ਰੂਪ ਹੈ ਉਹ ਇੱਕ ਹੀ ਹੈ। ਉਹ ਜਿਹੜਾ ਹੈ ਕਹਿੰਦੇ ਇਸ ਧਰਤੀ ਦੇ ਉੱਤੇ ਇਸ ਮੰਡਲ ਦੇ ਵਿੱਚ ਵਰਤ ਰਿਹਾ ਹੈ। ਕਹਿੰਦੇ ਇੱਕ ਹੀ ਹੈ ਜਿਹਦੀ ਉਤਪਤੀ ਹੋ ਰਹੀ ਹੈ। ਜੋ ਹਰ ਨਾਮ ਧਿਆਏ ਤਿਨ ਡਰ ਸੱਟ ਘਤਿਆ। ਕਹਿੰਦੇ ਜਿਹੜਾ ਉਹਦਾ ਹਰੀ ਦਾ ਨਾਮ ਧਿਆਉਣਾ ਕਰਦਾ ਏ, ਕਹਿੰਦੇ ਉਹਨਾਂ ਦਾ ਜਿਹੜਾ ਡਰ ਹੈ ਨਾ ਉਹ ਸਾਰਾ ਹੀ ਮੁੱਕ ਜਾਂਦਾ ਏ। ਨਿਰਭਉ ਜਪੈ ਸਗਲ ਭਉ ਮਿਟੈ। ਉਹਨਾਂ ਦਾ ਸਾਰਾ ਡਰ ਖਤਮ ਹੋ ਜਾਂਦਾ ਹੈ, ਦੂਰ ਹੋ ਜਾਂਦਾ। ਜਿਹੜੇ ਨਾਮ ਨੂੰ ਧਿਆਉਣਾ ਕਰਦੇ ਨੇ, ਉਮਰ ਦਾ ਇੱਥੇ ਗੱਲ ਨਹੀਂ। ਭਾਵੇਂ ਉਹ ਕੋਈ ਬੱਚਾ ਨਾਮ ਜਪਦਾ ਹੋਵੇ, ਭਾਵੇਂ ਕੋਈ ਜਵਾਨ ਨਾਮ ਜਪਦਾ ਹੋਵੇ, ਭਾਵੇਂ ਕੋਈ ਬਜ਼ੁਰਗ ਨਾਮ ਜਪਦਾ ਹੋਵੇ, ਜੇ ਉਹ ਨਾਮ ਨੂੰ ਧਿਆਉਣਾ ਕਰ ਰਿਹਾ ਹੈ ਉਹਦੇ ਅੰਦਰ ਸਾਰੇ ਹੀ ਡਰ ਨਿੱਕੇ ਤੋਂ ਲੈ ਕੇ ਵੱਡੇ ਤੱਕ, ਇੱਕ ਕੰਡਾ ਲੱਗਣ ਤੋਂ ਲੈ ਕਰਕੇ ਮੌਤ ਦੇ ਦੁੱਖ ਤੱਕ ਉਹਨੂੰ ਕੋਈ ਵੀ ਜਿਹੜਾ ਡਰ ਹੈ ਉਹ ਨਹੀਂ ਸਤਾਉਂਦਾ। ਗੁਰਮਤੀ ਦੇਵੈ ਆਪ ਗੁਰਮੁਖ ਹਰਿ ਜਪਿਆ। ਗੁਰੂ ਦੀ ਮਤ ਉਹ ਆਪ ਹੀ ਦਿੰਦਾ ਹੈ। ਜੇ ਉਹਦਾ ਨਾਮ ਜਪ ਕਰੀਏ, ਉਹਨੂੰ ਚੇਤੇ ਦੇ ਵਿੱਚ ਕਰੀਏ, ਉਹ ਗੁਰੂ ਦੀ ਮਤ ਹੈ ਜਿਹੜੀ ਸੱਚੀ ਮਤ ਹੈ, ਜਿਹਨੂੰ ਧਾਰਨ ਕਰਕੇ ਆਪਣੇ ਜੀਵਨ ਨੂੰ ਸਫਲ ਕੀਤਾ ਜਾ ਸਕਦਾ ਹੈ। ਉਹ ਆਪ ਹੀ ਦਿੰਦਾ ਹੈ। ਤੇ ਗੁਰਮੁਖਾਂ ਨੇ ਐਸੀ ਮਤ ਲੈ ਕਰਕੇ ਉਹਨੂੰ ਜਪਣਾ ਕੀਤਾ ਹੈ। ਗੁਰਮੁਖ ਹੀ ਬਣਨਾ ਹੈ, ਗੁਰਮੁਖ ਹੀ ਇਸ ਜੀਵਨ ਦੇ ਵਿੱਚ ਪਾਰ ਉਤਾਰਾ ਪਾ ਸਕਦਾ ਹੈ। ਗੁਰੂ ਬਲ ਮੁਖ ਹੀ ਸਾਨੂੰ ਇਸ ਜੀਵਨ ਦੇ ਅੰਦਰ ਉਧਾਰ ਸਕਦਾ ਹੈ। ਹੁਣ ਅਸੀਂ ਵੇਖਣਾ ਵੀ ਅਸੀਂ ਗੁਰਮੁਖ ਹਾਂ ਜਾਂ ਮਨਮੁਖ ਹਾਂ। ਅਸੀਂ ਗੁਰਮੁਖਾਂ ਵਾਲਾ ਜੀਵਨ ਬਤੀਤ ਕਰ ਰਹੇ ਹਾਂ ਜਾਂ ਮਨਮੁਖਾਂ ਵਾਲਾ। ਇਹ ਅਸੀਂ ਸੱਚਮੁੱਚ ਹੀ ਗੁਰੂ ਦੀ ਮੱਤ ਅਨੁਸਾਰ ਚੱਲ ਰਹੇ ਹਾਂ। ਇੱਕ ਗੱਲ ਹੋਰ, ਅਸੀਂ ਗੁਰੂ ਨੂੰ ਤੇ ਮੰਨਦੇ ਹਾਂ, ਗੁਰੂ ਦੀ ਨਹੀਂ ਮੰਨਦੇ। ਗੁਰੂ ਕਹਿੰਦਾ ਵੀ ਤੂੰ ਸੱਚ ਦੇ ਰਾਹ ਤੇ ਚੱਲਣਾ ਕਰ, ਤੇ ਅਸੀਂ ਸੱਚ ਨਹੀਂ ਬੋਲਦੇ, ਅਸੀਂ ਝੂਠ ਬੋਲਦੇ ਹਾਂ। ਨਿੱਕੀ ਨਿੱਕੀ ਗੱਲ ਤੇ ਵੀ ਅਸੀਂ ਝੂਠ ਬੋਲ ਦਿੰਦੇ ਹਾਂ। ਭਾਵੇਂ ਉਹਦੇ ਉੱਤੇ ਕੋਈ ਸਾਨੂੰ ਫਾਇਦਾ ਜਾਂ ਨੁਕਸਾਨ ਨਾ ਹੁੰਦਾ ਹੋਵੇ, ਅਸੀਂ ਤਾਂ ਵੀ ਝੂਠ ਬੋਲ ਦਿੰਦੇ ਹਾਂ। ਪਰ ਇਸ ਤਰ੍ਹਾਂ ਨਹੀਂ ਚਾਹੀਦਾ। ਸਾਨੂੰ ਸੱਚ ਤੇ ਪਹਿਰਾ ਦੇਣਾ ਚਾਹੀਦਾ, ਭਾਵੇਂ ਕੋਈ ਨਿੱਕੀ ਹੈ ਗੱਲ ਤੇ ਭਾਵੇਂ ਕੋਈ ਵੱਡੀ। ਇੱਕ ਗੱਲ ਦਾ ਜ਼ਰੂਰ ਅਹਿਸਾਸ ਹੋਇਆ ਕਿ ਜਦੋਂ ਬੰਦਾ ਨਿੱਕੇ ਨਿੱਕੇ ਗੱਲ ਦੇ ਉੱਤੇ, ਜਿਸ ਤਰ੍ਹਾਂ ਮੰਨ ਲਈਏ ਕਿਸੇ ਚੋਰ ਨੇ ਅੱਜ ਬੱਚੇ ਨੇ ਚੋਰੀ ਕੀਤੀ, ਪੈਨਸਲ ਪੈਨ ਚੁਰਾ ਲਿਆ, 10 ਰੁਪਏ ਚੁਰਾ ਲਏ ਵੀ ਚਲੋ ਕੁਝ ਖਾਵਾਂਗੇ। ਪਰ ਉਹ ਨਿੱਕੀ ਚੋਰੀ ਤੇ ਜੇਕਰ ਉਹਦੇ ਮਾਂ ਪਿਓ ਨੇ ਉਹਨੂੰ ਨਾ ਝਿੜਕਿਆ, ਉਹਨੂੰ ਨਾ ਸਮਝਾਇਆ, ਤੇ ਉਹਦੀ ਇਹ ਨਿੱਕੀ ਚੋਰੀ ਵੱਡੀ ਚੋਰੀ, ਨਿੱਕਾ ਚੋਰ ਹੈ ਫਿਰ ਵੱਡਾ ਹੋ ਕਰਕੇ ਵੱਡਾ ਚੋਰ ਬਣੇਗਾ। ਜੇ ਅੱਜ ਅਸੀਂ ਨਿੱਕੇ ਨਿੱਕੇ ਝੂਠ ਬੋਲਦੇ ਹਾਂ, ਰੋਜ਼ਾਨਾ ਜੀਵਨ ਦੇ ਅੰਦਰ ਨਿੱਕੇ ਨਿੱਕੇ ਮਾੜੇ ਸ਼ਬਦ ਬੋਲਦੇ ਹਾਂ, ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੁਬਿਧਾ ਨਹੀਂ। ਫਿਰ ਇਹ ਨਿੱਕੇ ਬੋਲ, ਇਹ ਨਿੱਕੇ ਤੁਹਾਡੇ ਝੂਠ ਫਿਰ ਵੱਡੇ ਝੂਠ ਹੋ ਕਰਕੇ ਵਿਚਰਨਗੇ, ਇਹ ਵੱਡੇ ਝੂਠ ਬਣ ਜਾਣਗੇ। ਇਹਨਾਂ ਤੋਂ ਬਚੀਏ। ਭਾਵੇਂ ਕਿਤੇ ਲੋੜ ਵੀ ਹੋਵੇ ਝੂਠ ਦੀ, ਜੇ ਕਿਸੇ ਦਾ ਫਾਇਦਾ ਜਾਂ ਨੁਕਸਾਨ ਨਹੀਂ ਹੋ ਰਿਹਾ ਤੇ ਉੱਥੇ ਝੂਠ ਨਹੀਂ ਬੋਲਣਾ ਚਾਹੀਦਾ।
सच बोल दियांगे की कह लेगा बंदा सामयों, कुछ नहीं कहता, क्योंकि सच ਜਿਹੜਾ है ਇਹ ਨਿਰਭੈ ਦਾ ਪ੍ਰਤੀਕ ਹੈ, ਨਿਡਰਤਾ ਦਾ ਪ੍ਰਤੀਕ ਹੈ। ਜੇ ਸੱਚ ਬੋਲਾਂਗੇ ਅੰਦਰ ਵੀ ਨਿਸ਼ਚਾ ਆਏਗਾ। ਸੋ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਪਾਤਸ਼ਾਹ ਜੀਆਂ ਦਾ ਹੁਕਮ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰੋ, ਗੱਜ ਕੇ ਬੁਲਾਉਣਾ ਕਰੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਕਰ ਬੁਲਾਵੇ ਨਿਹਾਲ ਹੋ ਜਾਵੇ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।